ਕਿ ਅੱਜ ਇੱਕ ਪਟੀਸ਼ਨ ਸਾਡੇ ਕੋਲ WhatsApp ਦੇ ਗਰੁੱਪ ਰਾਹੀਂ ਪਹੁੰਚਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਜਿਹੜੀ ਆਸਟ੍ਰੇਲੀਆ ਸਰਕਾਰ ਹੈ ਉਸ ਵੱਲੋਂ ਸ੍ਰੀ ਸਾਹਿਬ ਤੇ ਕਿਰਪਾਨ ਤੇ ਸਕੂਲਾਂ ਵਿੱਚ ਪਾਬੰਦੀ ਲਗਾ ਦਿੱਤੀ ਹੈ। ਪਰ ਜਿਹੜਾ ਇਹ ਇਨਸੀਡੈਂਟ ਆਇਆ ਇੱਥੇ, ਇਹ 14 ਸਾਲ ਦੇ ਬੱਚੇ ਨੂੰ 16 ਸਾਲ ਦੇ ਬੱਚੇ ਤੇ ਵੱਡੇ ਬੱਚੇ ਤੰਗ ਪਰੇਸ਼ਾਨ ਕਰਦੇ ਸੀ ਤੇ ਫਿਜ਼ੀਕਲੀ ਅਸਲਟ ਵੀ ਕਰਦੇ ਸੀ। ਇਹਦੇ ਜਿਹੜਾ ਇਹ ਬੈਨ ਲੱਗਿਆ, ਇਹਦੇ ਪਿੱਛੇ ਕਾਰਨ ਕੀ ਮੰਨਿਆ ਜਾਂਦਾ ਜੀ? ਵੀ ਕੋਈ ਘਟਨਾਵਾਂ ਅਜਿਹੀਆਂ ਵਾਪਰੀਆਂ ਵੀ ਜਿਸ ਤੋਂ ਬਾਅਦ ਸਰਕਾਰ ਨੇ ਇਹ ਕਦਮ ਉਠਾਇਆ, ਜਾਂ ਫਿਰ ਜਿਵੇਂ ਆਪਾਂ ਭਾਰਤ ਦੇ ਵਿੱਚ ਦੇਖਦੇ ਹਾਂ ਕਿ ਆਮ ਕਰਕੇ ਧਰਮ ਦੇ ਮਸਲਿਆਂ ਨੂੰ ਉਲਝਾਇਆ ਜਾਂਦਾ ਹੈ, ਵੀ ਇੱਕ ਦੂਜੇ ਨਾਲ ਲੜਾਇਆ ਜਾਂਦਾ, ਜਾਂ ਕੋਈ ਐਸਾ ਮਸਲਾ ਹੈ, ਜਾਂ ਫਿਰ ਇਹ ਆਪਾਂ ਮੰਨੀਏ ਵੀ ਸਰਕਾਰ ਇਸ ਪ੍ਰਤੀ ਬਿਲਕੁਲ ਅਣਜਾਣ? ਪੰਜਾਬ ਦੇ ਜਿਹੜੇ ਮਸਲੇ ਸੀ, ਜਦੋਂ ਕਿਸਾਨੀ ਮਸਲੇ ਉੱਠੇ ਨੇ ਤੇ ਤਕਰੀਬਨ ਸਿਡਨੀ ਦੇ ਵਿੱਚ ਜਿੰਨੀਆਂ ਪ੍ਰੋਟੈਸਟ ਹੋਈਆਂ ਨੇ, ਜਿੰਨੇ ਐਜੀਟੇਸ਼ਨ ਹੋਏ, ਉਹ ਸਾਰਿਆਂ ਦੇ ਵਿੱਚ ਸਾਡੀ ਟੀਮ ਸਰਗਰਮ ਸੀ ਤੇ ਅਸੀਂ ਹੀ ਕਰਿਆ। ਇਸ ਕਰਕੇ ਲੱਗਦਾ ਵੀ ਕਿਤੇ ਨਾ ਕਿਤੇ ਉਹ ਜਿਹੜੀਆਂ RSS ਫੋਰਸਿਸ ਨੇ, ਉਹਨਾਂ ਨੇ ਵੀ ਕਿਤੇ ਗਵਰਨਮੈਂਟ ਦੇ ਕੰਨ 'ਚ ਫੂਕ ਮਾਰੀ ਹੋਣੀ ਆ। ਤੇ ਕਈ ਥਾਂ ਤੇ ਮੀਡੀਆ ਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਗਰੁੱਪ ਹਨ, ਉੱਥੇ ਅਸੀਂ ਦੇਖਿਆ ਵੀ ਕਈ ਇੰਡੀਅਨ ਭਾਈਚਾਰੇ ਦੇ ਮੂਲ ਦੇ ਵਾਸੀ ਲੋਕ ਨੇ ਜਿਹੜੇ ਉਹ ਇਹਨਾਂ ਤੇ ਬੜੀਆਂ ਗਲਤ ਟਿੱਪਣੀਆਂ ਕਰ ਰਹੇ ਹਨ, ਜਿਨ੍ਹਾਂ ਨੂੰ ਅਸੀਂ ਸੋਚਦੇ ਹਾਂ ਵੀ ਇੰਡੀਅਨ ਹੋਣ ਦੇ ਨਾਤੇ ਉਹਨਾਂ ਨੂੰ ਕਿਰਪਾਨ ਬਾਰੇ ਪਤਾ ਹੈ, ਉਹ ਜਾਣੂ ਹਨ। ਉਹ ਵੀ ਬੜੀਆਂ ਟਿੱਪਣੀ ਕਰਦੇ ਹਨ ਵੀ ਕਿਰਪਾਨ ਬੈਨ ਹੋਣੀ ਚਾਹੀਦੀ ਆ। ਸੋ ਕਿਤੇ ਨਾ ਕਿਤੇ ਇਹ ਵਿੱਚ ਸ਼ਰਾਰਤੀ ਅਨਸਰਾਂ ਦਾ ਹੱਥ ਜ਼ਰੂਰ ਹੈ ਵੀ ਸਿੱਖਾਂ ਨੂੰ ਨੀਵੇਂ ਦਿਖਾਉਣ ਲਈ। ਪਹਿਲਾਂ ਮੈਨੂੰ ਘੰਟਾ ਕੁ ਪਹਿਲਾਂ ਇੱਕ ਗੋਰੇ ਦਾ ਫੋਨ ਆਇਆ ਸੀ, ਉਹ ਕਹਿੰਦਾ ਯੂ ਬਲੱਡੀ ਗੋ ਬੈਕ ਟੂ ਯੋਰ ਕੰਟਰੀ। ਮੈਂ ਕਿਹਾ ਵੀ ਮਾਈ ਇਟਸ ਨਾਟ ਯੋਰ ਕੰਟਰੀ, ਵੀ ਆਰ ਆਸਟ੍ਰੇਲੀਅਨ। ਕੱਲ ਸਾਡੇ ਇੱਥੇ ਮੀਡੀਆ ਵਿੱਚ ਗੱਲ ਚੱਕੀ ਗਈ ਸੀ ਵੀ ਕਿਰਪਾਨ ਦਾ ਇਸ਼ੂ ਆਇਆ, ਇੱਦਾਂ ਕਰਕੇ ਰਿਲੀਜੀਅਸ ਨਾਈਫ ਯੂਜ਼ ਹੋਇਆ ਅਟੈਕ ਦੇ ਵਿੱਚ। ਉਸ ਤੋਂ ਬਾਅਦ ਮੀਡੀਆ ਨੇ ਇਹ ਗੱਲ ਚੱਕੀ ਤੇ ਸ਼ਾਮੀ ਜਿਹੜੀ ਮਿਨਿਸਟਰ ਜੀ ਹੈ ਸੈਰਾ ਕਰਕੇ, ਉਹਨਾਂ ਨੇ ਅਨਾਉਂਸ ਕਰਤਾ ਵੀ ਬੈਨ ਲੱਗ ਗਿਆ ਕਿਰਪਾਨ ਤੇ। ਸੋ ਉਹਦੇ ਵਿੱਚ ਡਿਊ ਪ੍ਰੋਸੈਸ ਕਿੱਥੇ ਆ? ਆਸਟ੍ਰੇਲੀਆ ਵਿੱਚ ਇਸ ਤੋਂ ਇਲਾਵਾ ਕਦੇ ਵੀ ਇੱਕ ਵੀ ਇਨਸੀਡੈਂਟ ਨਹੀਂ ਹੋਇਆ ਜਿੱਥੇ ਕਿਰਪਾਨ ਐਜ਼ ਅ ਵੈਪਨ ਯੂਜ਼ ਹੋਈ ਹੋਵੇ ਜਾਂ ਕਿਸੇ ਨੂੰ ਹਾਰਮ ਕਰਿਆ ਹੋਵੇ। ਤੇ ਰੋਜ਼ ਇੱਥੇ ਪੱਬਾਂ 'ਚ ਲੜਾਈਆਂ ਹੁੰਦੀਆਂ, ਰੋਜ਼ ਸ਼ਾਮਾਂ ਨੂੰ ਉੱਥੇ ਹਜ਼ਾਰਾਂ ਬੰਦੇ ਇੰਜਰ ਹੁੰਦੇ ਆ ਥਰੂ ਆਊਟ ਦੀ ਈਅਰ। ਅਸੀਂ ਪੱਬ ਤਾਂ ਬੰਦ ਨਹੀਂ ਕਰਤੇ। ਇਹਦੇ ਵਿੱਚ ਇੱਕ ਹੋਰ ਮੈਂ ਬੈਕਗਰਾਊਂਡ ਦੇਣਾ ਚਾਹਾਂਗਾ। ਜਦੋਂ ਫਾਰਮਰ ਪ੍ਰੋਟੈਸਟ ਚੱਲਦੀਆਂ ਸਨ, ਉਸ ਵੇਲੇ ਸਾਡੇ ਵੱਧ ਇੰਡੀਆ ਬੱਸ ਵਾਲਾ ਏਰੀਆ ਹੈਗਾ ਪੈਰਾਮੈਟਾ, ਉੱਥੇ ਕਾਫੀ ਪ੍ਰੋ ਗਵਰਨਮੈਂਟ ਸਪੋਰਟਰ ਮੋਦੀ ਭਗਤਾਂ ਨੇ ਸਿੱਖਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕਰੀ। ਜੇ ਜਿਵੇਂ ਆਪਾਂ ਨੂੰ ਪਤਾ ਸਾਰਿਆਂ ਨੂੰ ਵੀ ਸਿੱਖ ਦੇ ਵਾਸਤੇ 5 ਕਕਾਰ ਬੇਹੱਦ ਜ਼ਰੂਰੀ ਨੇ, ਗੁਰੂ ਸਾਹਿਬ ਦਾ ਇਹ ਹੁਕਮ ਹੈ। ਜੇ ਸਰਕਾਰ ਤੁਹਾਡੀ ਇਸ ਦੇ ਲਈ ਨਹੀਂ ਮੰਨਦੀ, ਫਿਰ ਤੁਹਾਡੇ ਲਈ ਇੱਕ ਰਾਹ ਹੋ ਸਕਦਾ, ਜਾਂ ਤਾਂ ਆਸਟ੍ਰੇਲੀਆ ਰੱਖੋ ਜਾਂ ਫਿਰ ਅਸੀਂ ਸਿੱਖੀ ਰੱਖੀਏ। ਕਿਹੜੇ ਰਾਹ ਵੱਲ ਜਾਇਆ ਜਾਊਗਾ? ਅਸੀਂ ਫਿਲਮ ਗਿਣਦੇ ਹਾਂ ਆਪਣੇ ਆਪ ਤੇ, ਅਸੀਂ ਰਹਾਂਗੇ ਵੀ ਸਿੱਖ ਜਿੱਥੇ ਜਾਂਦੇ ਉੱਥੇ ਦੇ ਬਣਦੇ ਹਨ, ਪਰ ਅਸੀਂ ਫਾਈਟ ਲੜਨ ਨੂੰ ਤਿਆਰ ਹਾਂ। ਮੀਡੀਆ ਵੀ ਸਾਡਾ ਸਾਥ ਦੇ ਰਿਹਾ ਹੈ ਤੇ ਮੀਡੀਆ ਵੀ ਨੂੰ ਕਹਿ ਰਿਹਾ ਵੀ ਇਹ ਰਿਲੀਜੀਅਸ ਡਿਸਕ੍ਰਿਮੀਨੇਸ਼ਨ ਆ। ਸੋ ਗਵਰਨਮੈਂਟ ਨੂੰ ਕਿਤੇ ਨਾ ਕਿਤੇ ਝੁਕਣਾ ਪੈਣਾ ਆ। ਨਿਸ਼ਾਨ ਏ ਸਿੱਖੀ 5 ਹਰਫ ਕਾਫ ਹਰਗਿਜ਼ ਨਵਾਸ਼ੀ ਦੀ 5 ਮਾਰ। ਇਹ ਜੋ ਹੁਕਮਨਾਮੇ ਸਾਡੇ ਕੋਲ ਨੇ, ਇਹਨਾਂ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਇੱਕ ਗੁਰਸਿੱਖ ਦੇ ਵਾਸਤੇ 5 ਕੱਕੇ ਧਾਰਨ ਕਰਨਾ ਬੇਹੱਦ ਜ਼ਰੂਰੀ ਹੈ। ਇਹਨਾਂ ਕੱਕਿਆਂ ਦੇ ਉੱਤੇ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਪਾਬੰਦੀ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਚਾਹੇ ਉਹ ਫਰਾਂਸ ਹੋਵੇ, ਉੱਥੇ ਦਸਤਾਰ ਦਾ ਮਸਲਾ ਉੱਠਦਾ ਹੈ, ਤੇ ਹੁਣ ਪਤਾ ਚੱਲਿਆ ਹੈ ਕਿ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਵੀ ਸਰਕਾਰੀ ਸਕੂਲਾਂ ਦੇ ਵਿੱਚ ਸ੍ਰੀ ਸਾਹਿਬ ਯਾਨੀ ਕਿ ਕਿਰਪਾਨ ਨੂੰ ਬੈਨ ਕੀਤਾ ਗਿਆ। ਉੱਥੋਂ ਦੇ ਆਸਟ੍ਰੇਲੀਆ ਟਰਬਨ ਫੋਰ ਸਿੱਖਸ ਦੇ ਪ੍ਰਧਾਨ ਸਰਦਾਰ ਅਮਰ ਸਿੰਘ ਜੀ ਸਾਡੇ ਨਾਲ ਨੇ। ਆਪਾਂ ਗੱਲਬਾਤ ਕਰਦੇ ਹਾਂ ਵੀ ਕੀ ਹੈ ਮਸਲਾ ਕੀ ਹੈ ਜੀ। ਹਾਂਜੀ ਸਰਦਾਰ ਅਮਰ ਸਿੰਘ ਜੀ, ਪੰਜਾਬੀ ਲੋਕ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਥੈਂਕ ਯੂ ਜੀ। ਭਾਈ ਸਾਹਿਬ ਜੀ, ਜਿਵੇਂ ਕਿ ਅੱਜ ਇੱਕ ਪਟੀਸ਼ਨ ਸਾਡੇ ਕੋਲ WhatsApp ਦੇ ਗਰੁੱਪ ਰਾਹੀਂ ਪਹੁੰਚਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਜਿਹੜੀ ਆਸਟ੍ਰੇਲੀਆ ਸਰਕਾਰ ਹੈ ਉਸ ਵੱਲੋਂ ਸ੍ਰੀ ਸਾਹਿਬ ਤੇ ਕਿਰਪਾਨ ਤੇ ਸਕੂਲਾਂ ਵਿੱਚ ਪਾਬੰਦੀ ਲਗਾ ਦਿੱਤੀ ਹੈ। ਮਸਲਾ ਕੀ ਹੈ ਜੀ? ਤਕਰੀਬਨ ਜੀ ਇਹ ਮਸਲਾ ਪਿਛਲੇ ਕਈ ਚਿਰ ਤੋਂ ਚੱਲਿਆ ਆ ਰਿਹਾ ਸੀਗਾ ਸਕੂਲ ਵਿੱਚ ਬੁਲਿੰਗ ਦਾ। ਤੇ ਉਹ ਸਕੂਲ ਵਿੱਚ ਕਾਫੀ ਆਪਣੇ ਸਿੱਖ ਬੰਦਿਆਂ ਨੇ ਆਪਣੇ ਬੱਚੇ ਟ੍ਰਾਂਸਫਰ ਵੀ ਕਰਾਏ ਹੋਰ ਸਕੂਲਾਂ ਦੇ ਵਿੱਚ, ਜਦੋਂ ਕਿ ਇਹਨਾਂ ਦਾ ਲੋਕਲ ਸਕੂਲ ਆ। ਸਾਡੇ ਆਸਟ੍ਰੇਲੀਆ ਵਿੱਚ ਕੀ ਲਾਅ ਹੈ ਵੀ ਜਿਸ ਤੇ ਏਰੀਆ ਦੇ ਵਿੱਚ ਤੁਸੀਂ ਰਹਿੰਦੇ ਹੋ, ਉਹਦੇ ਸਰਟਨ ਕਿਲੋਮੀਟਰਸ ਤੋਂ ਬਾਹਰ ਤੁਸੀਂ ਸਕੂਲ 'ਚ ਆਪਣੇ ਬੱਚੇ ਐਡਮਿਟ ਨਹੀਂ ਕਰਵਾ ਸਕਦੇ। ਸੋ ਇਹ ਤੁਹਾਡਾ ਜਿਹੜਾ ਲੋਕਲ ਸਕੂਲ ਹੁੰਦਾ, ਤੁਹਾਡੇ ਬੱਚੇ ਉੱਥੇ ਹੀ ਜਾਂਦੇ ਹਨ। ਤੇ ਇਹ ਜਿਹੜਾ ਗਲੈਨਵੁੱਡ ਹਾਈ ਸਕੂਲ ਜਿੱਥੇ ਦਾ ਇਹ ਘਟਨਾ ਵਾਪਰੀ ਹੈ, ਉਹ ਤਕਰੀਬਨ ਆਪਣੇ ਸਿਡਨੀ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਉੱਥੇ ਸਥਿਤ ਨੇ, ਗਲੈਨਵੁੱਡ ਗੁਰਦੁਆਰਾ ਕਰਕੇ ਜਿਹਨਾਂ ਨੂੰ ਜਾਣਿਆ ਜਾਂਦਾ ਹੈ। ਤੇ ਉਹ ਕਾਫੀ ਚਿਰਾਂ ਤੋਂ ਉੱਥੇ ਹਨ।
ਇਹ ਬਹੁਤ ਹੀ ਇੱਕ ਵੱਡੀ ਸਿੱਖ ਵਸੋਂ ਵਾਲਾ ਸਿਡਨੀ ਵਿੱਚ ਏਰੀਆ ਹੈ, ਜਿੱਥੋਂ ਇੱਥੇ ਬਹੁਤ ਤਾਦਾਦ ਵਿੱਚ ਸਿੱਖ ਬੱਚੇ ਜਾਂਦੇ ਹਨ ਇਹਨਾਂ ਸਾਰੇ ਸਕੂਲਾਂ ਵਿੱਚ। ਪਰ ਜਿਹੜਾ ਇਹ ਇੰਸੀਡੈਂਟ ਆਇਆ ਇੱਥੇ, ਇਹ 14 ਸਾਲ ਦੇ ਬੱਚੇ ਨੂੰ 16 ਸਾਲ ਦੇ ਬੱਚੇ ਤੇ ਵੱਡੇ ਬੱਚੇ ਤੰਗ ਪਰੇਸ਼ਾਨ ਕਰਦੇ ਸੀ ਤੇ ਫਿਜ਼ੀਕਲੀ ਅਸਲਟ ਵੀ ਕਰਦੇ ਸੀ। ਜੀ, ਇਹ ਮਸਲਾ ਇਕੱਲੇ ਇੱਕ ਸਕੂਲ ਦਾ ਹੈ ਜਾਂ ਪੂਰੇ ਸਰਕਾਰ ਵੱਲੋਂ ਪੂਰੇ ਆਸਟ੍ਰੇਲੀਆ ਦੇ ਵਿੱਚ ਬੈਨ ਕੀਤਾ ਗਿਆ? ਜਿਹੜਾ ਬੈਨ ਇਸ ਟਾਈਮ ਜਿਹੜਾ ਟੈਂਪਰਰੀ ਬੈਨ ਲਗਾਇਆ ਉਹ ਸਾਡੀ ਸਟੇਟ ਦੀ ਸਰਕਾਰ ਨੇ ਲਾਇਆ। ਨਿਊ ਸਾਊਥ ਵੇਲਸ ਸਟੇਟ ਹੈ ਜਿਸ ਦੇ ਵਿੱਚ ਸਿਡਨੀ ਸ਼ਹਿਰ ਆਉਂਦਾ ਹੈ ਜੀ। ਹਾਂਜੀ, ਸੋ ਸਟੇਟ ਦਾ ਬੈਨ ਹੈ। ਤੇ ਇਹ ਇਕੱਲੇ ਵਿਦਿਆਰਥੀਆਂ ਦੇ ਉੱਤੇ ਲਾਗੂ ਹੁੰਦਾ ਜਾਂ ਫਿਰ ਸਾਰੇ ਸਟਾਫ ਦੇ ਉੱਤੇ ਹੈ? ਇਹ ਬਿਲਕੁਲ ਤੁਸੀਂ ਸਹੀ ਪ੍ਰਸ਼ਨ ਪੁੱਛਿਆ ਵੀਰ ਜੀ। ਇਹ ਸਟਾਫ ਦੇ ਉੱਪਰ ਵੀ ਲਾਗੂ ਹੁੰਦਾ ਹੈ, ਜਿਸ ਤਰ੍ਹਾਂ ਆਪਣੀ ਸਕ੍ਰਿਪਚਰ ਕਲਾਸਿਸ ਹੁੰਦੀਆਂ ਹਨ, ਸਿੱਖੀ ਦੀਆਂ ਕਲਾਸਿਸ ਸਕੂਲਾਂ ਵਿੱਚ, ਜਾਂ ਕਈ ਥਾਵਾਂ ਤੇ ਸਾਡੇ ਸਿੱਖ ਜੋ ਹਨ ਉਹ ਸਕੂਲ ਦਾ ਰੂਮ ਹਾਇਰ ਕਰਕੇ ਵੀਕਐਂਡ ਤੇ ਗੁਰਬਾਣੀ ਕਲਾਸਿਸ ਵਗੈਰਾ ਵੀ ਲਾਉਂਦੇ ਹਨ, ਜਾਂ ਹਾਲਸ ਹਾਇਰ ਕਰਕੇ ਉੱਥੇ ਪ੍ਰੋਗਰਾਮ ਕਰਦੇ ਹਨ ਪੰਜਾਬੀ ਦੇ। ਉਹ ਸਾਰਿਆਂ ਤੇ ਵੀ ਲਾਗੂ ਹੋਏਗਾ। ਇਸ ਲਈ ਮਤਲਬ ਸੀਰੀਅਸਲੀ ਲੈਣੀ ਪਵੇਗਾ। ਮਤਲਬ ਵੀ ਜੇ ਤੁਸੀਂ ਪ੍ਰਾਈਵੇਟ ਜਿਵੇਂ ਗੁਰਦੁਆਰਾ ਸਾਹਿਬ ਵੱਲੋਂ ਕਲਾਸਿਸ ਵਗੈਰਾ ਲੱਗਦੀਆਂ ਨੇ ਤੇ ਉੱਥੇ ਵੀ ਇਹ ਨਿਯਮ ਲਾਗੂ ਹੋਵੇਗਾ ਜੀ? ਗੁਰਦੁਆਰਾ ਸਾਹਿਬ ਨਹੀਂ ਜੀ, ਪ੍ਰਾਈਵੇਟ ਸਕੂਲਾਂ 'ਚ ਨਹੀਂ, ਸਰਕਾਰੀ ਸਕੂਲਾਂ 'ਚ ਇਹ ਰੂਲ ਆਇਆ। ਤੇ ਇਸ ਕਰਕੇ ਜਿਹਨੇ ਮੋਸਟਲੀ ਸਾਡੇ ਇੱਥੇ ਬੱਚੇ ਪੜ੍ਹਦੇ ਨੇ ਉਹ ਪਬਲਿਕ ਸਕੂਲ 'ਚ ਪੜ੍ਹਦੇ ਨੇ। 1% ਹੈਗੀ ਹੈ ਜਿਹੜੀ ਪ੍ਰਾਈਵੇਟ ਕੈਥੋਲਿਕ ਸਕੂਲ 'ਚ ਪੜ੍ਹਦੀ ਹੈ, ਪਰ ਮੈਜੋਰਟੀ ਆਫ ਦਾ ਬੱਚੇ ਜਿਹੜੇ ਆਪਣੇ ਸਿੱਖਾਂ ਦੇ ਹਨ ਉਹ ਗਵਰਨਮੈਂਟ ਦੇ ਸਕੂਲਾਂ 'ਚ ਪੜ੍ਹਦੇ ਹਨ, ਜਿਹੜੇ ਕਿ ਪਬਲਿਕ ਸਕੂਲ ਕਹਿੰਦੇ ਆਪਾਂ ਜਿਸ ਤਰ੍ਹਾਂ। ਜੀ, ਇਹਦੇ ਜਿਹੜਾ ਇਹ ਬੈਨ ਲੱਗਿਆ ਇਹਦੇ ਪਿੱਛੇ ਕਾਰਨ ਕੀ ਮੰਨਿਆ ਜਾਂਦਾ ਜੀ? ਵੀ ਕੋਈ ਘਟਨਾਵਾਂ ਅਜਿਹੀਆਂ ਵਾਪਰੀਆਂ ਵੀ ਜਿਸ ਤੋਂ ਬਾਅਦ ਸਰਕਾਰ ਨੇ ਇਹ ਕਦਮ ਉਠਾਇਆ, ਜਾਂ ਫਿਰ ਜਿਵੇਂ ਆਪਾਂ ਭਾਰਤ ਦੇ ਵਿੱਚ ਦੇਖਦੇ ਹਾਂ ਕਿ ਆਮ ਕਰਕੇ ਧਰਮ ਦੇ ਮਸਲਿਆਂ ਨੂੰ ਉਲਝਾਇਆ ਜਾਂਦਾ ਹੈ, ਵੀ ਇੱਕ ਦੂਜੇ ਨਾਲ ਲੜਾਇਆ ਜਾਂਦਾ, ਜਾਂ ਕੋਈ ਐਸਾ ਮਸਲਾ ਹੈ, ਜਾਂ ਫਿਰ ਇਹ ਆਪਾਂ ਮੰਨੀਏ ਵੀ ਸਰਕਾਰ ਇਸ ਪ੍ਰਤੀ ਬਿਲਕੁਲ ਅਣਜਾਣ? ਇਹਦੇ ਵਿੱਚ ਕੁਛ ਮਿਲਾਵਟ ਹੋਈ ਲੱਗਦੀ ਹੈ ਜੀ ਮਸਲੇ ਦੇ ਵਿੱਚ। ਜਿਵੇਂ ਅਸੀਂ ਦੇਖੀਏ ਸਾਡੀ ਜਿਹੜੀ ਸੰਸਥਾ ਟਰਬਨਸ ਫॉर ਆਸਟ੍ਰੇਲੀਆ, ਵੈਸੇ ਇਹ ਖਾਲਸਾ ਏਡ ਜਾਂ ਯੂਨਾਈਟਿਡ ਸਿੱਖਸ ਵਾਂਗੂ ਲੋਕ ਭਲਾਈ ਦਾ ਕੰਮ ਕਰਦੀ ਆਸਟ੍ਰੇਲੀਆ ਲੈਵਲ ਤੇ। ਤੇ ਪਿਛਲੇ 5 ਸਾਲਾਂ ਵਿੱਚ ਅਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਥੇ ਤਕਰੀਬਨ ਪਿਛਲੇ 1.5-2 ਸਾਲਾਂ ਤੋਂ ਤਕਰੀਬਨ ਅਸੀਂ ਫੁੱਲ ਟਾਈਮ ਕੰਮ ਕਰ ਰਹੇ ਹਾਂ। ਚਾਹੇ ਉਹ ਇੱਥੇ ਦੀਆਂ ਬੁਸ਼ ਫਾਇਰਾਂ ਸੀ ਜਿਹੜੀਆਂ ਬੜੀਆਂ ਭਿਆਨਕ ਲੱਗੀਆਂ, ਉਸ ਤੋਂ ਬਾਅਦ ਇੱਥੇ ਕੋਵਿਡ ਦੇ ਦੌਰਾਨ ਅਸੀਂ ਹਜ਼ਾਰਾਂ ਮੀਲਸ ਵਰਤਾਏ, ਲੰਗਰ ਲਾਇਆ, ਹੈਂਪਰਸ ਦਿੱਤੇ ਲੋਕਾਂ ਨੂੰ, ਇੰਟਰਨੈਸ਼ਨਲ ਸਟੂਡੈਂਟ ਜਾਂ ਗੋਰੇ ਜਾਂ ਜਿਹੜਾ ਵੀ ਕੋਈ ਬੰਦਾ ਫਸਿਆ ਹੋਇਆ ਸੀ ਕੋਵਿਡ ਦੇ ਦੌਰਾਨ। ਈਵਨ ਜਿਹੜੇ ਬੰਦੇ ਹੋਟਲ ਵਿੱਚ ਕੁਆਰੰਟੀਨ ਕਰਦੇ ਹਨ ਅਸੀਂ ਉੱਥੇ ਵੀ ਮੀਲ ਪਹੁੰਚਾਏ ਹਨ। ਉਸ ਤੋਂ ਇਲਾਵਾ ਫਲੱਡਸ ਹੁੰਦੇ ਹਨ ਜਾਂ ਇੱਥੇ ਸੋਕਾ ਪਿਆ ਉਦੋਂ ਅਸੀਂ ਹੈਲਪ ਕਰੀਏ ਸਿੱਖ ਕਮਿਊਨਿਟੀ ਵੱਲੋਂ। ਸੋ ਸਾਡੀ ਟਰਮ ਫॉर ਆਸਟ੍ਰੇਲੀਆ ਦਾ ਜਿਹੜਾ ਟੈਗ ਲਾਈਨ ਉਹ ਹੈ ਵੀ ਸਿੱਖ ਕਮਿਊਨਿਟੀ ਆਫ ਆਸਟ੍ਰੇਲੀਆ ਹੈਲਪਿੰਗ ਆਊਟ, ਰਾਈਟ। ਸਾਨੂੰ ਲੱਗਦਾ ਹੈ ਪਿੱਛੇ ਜਦੋਂ ਕਿਸਾਨਾਂ ਦਾ ਮਸਲਾ ਚੱਲਿਆ ਇੰਡੀਆ ਦੇ ਵਿੱਚ, ਉੱਥੇ ਵੀ ਅਸੀਂ ਪਹਿਲ ਕਰਕੇ, ਜਦੋਂ ਮੇਰਾ ਤਾਲੁਕਾਤ ਇਹਨਾਂ ਪੰਜਾਬ ਨਾਲ ਨਹੀਂ ਹੈ, ਹੁਣ 22 ਸਾਲ ਹੋ ਗਏ ਇੱਥੇ ਤੇ ਮੈਂ 15 ਸਾਲ ਦੇ ਇੱਥੇ ਆਇਆ ਸੀ, ਪਰ ਫਿਰ ਵੀ ਪੰਜਾਬ ਬਾਰੇ, ਸਾਡੇ ਸਿੱਖੀ ਬਾਰੇ ਬਹੁਤ ਪਿਆਰ ਹੈ ਤੇ ਮਸਲਿਆਂ 'ਚ ਮੈਂ ਬਹੁਤ ਇੰਟਰਸਟ ਰੱਖਦਾ ਹਾਂ। ਪਰ ਪੰਜਾਬ ਦੇ ਜਿਹੜੇ ਮਸਲੇ ਸੀ, ਜਦੋਂ ਕਿਸਾਨੀ ਮਸਲੇ ਉੱਠੇ ਨੇ ਤੇ ਤਕਰੀਬਨ ਸਿਡਨੀ ਦੇ ਵਿੱਚ ਜਿੰਨੀਆਂ ਪ੍ਰੋਟੈਸਟ ਹੋਈਆਂ ਨੇ, ਜਿੰਨੇ ਐਜੀਟੇਸ਼ਨ ਹੋਏ, ਉਹ ਸਾਰਿਆਂ ਦੇ ਵਿੱਚ ਸਾਡੀ ਟੀਮ ਸਰਗਰਮ ਸੀ ਤੇ ਅਸੀਂ ਹੀ ਕਰਿਆ। ਇਸ ਕਰਕੇ ਲੱਗਦਾ ਵੀ ਕਿਤੇ ਨਾ ਕਿਤੇ ਉਹ ਜਿਹੜੀਆਂ RSS ਫੋਰਸਿਸ ਨੇ ਉਹਨਾਂ ਨੇ ਵੀ ਕਿਤੇ ਗਵਰਨਮੈਂਟ ਦੇ ਕੰਨ 'ਚ ਫੂਕ ਮਾਰੀ ਹੋਣੀ ਆ, ਤੇ ਪਤਾ ਲੱਗ ਰਿਹਾ ਹੈ ਵੀ ਬਹੁਤ ਸਾਰੇ ਅੰਦਰੋਂ ਅੰਦਰੀ ਜਿਹੜੇ ਲੋਕ ਨੇ ਉਹ ਮਿਨਿਸਟਰਾਂ ਨੂੰ ਰਾਈਟ ਵੀ ਕਰ ਰਹੇ ਹਨ। ਤੇ ਕਈ ਥਾਂ ਤੇ ਮੀਡੀਆ ਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਗਰੁੱਪ ਹਨ ਉੱਥੇ ਅਸੀਂ ਦੇਖਿਆ ਵੀ ਕਈ ਇੰਡੀਅਨ ਭਾਈਚਾਰੇ ਦੇ ਮੂਲ ਦੇ ਵਾਸੀ ਲੋਕ ਨੇ ਜਿਹੜੇ ਉਹ ਇਹਨਾਂ ਤੇ ਬੜੀਆਂ ਗਲਤ ਟਿੱਪਣੀਆਂ ਕਰ ਰਹੇ ਹਨ, ਜਿਨ੍ਹਾਂ ਨੂੰ ਅਸੀਂ ਸੋਚਦੇ ਹਾਂ ਵੀ ਇੰਡੀਅਨ ਹੋਣ ਦੇ ਨਾਤੇ ਉਹਨਾਂ ਨੂੰ ਕਿਰਪਾਨ ਬਾਰੇ ਪਤਾ ਹੈ, ਉਹ ਜਾਣੂ ਹਨ। ਉਹ ਵੀ ਬੜੀਆਂ ਪੁੱਠੀਆਂ ਟਿੱਪਣੀ ਕਰਦੇ ਹਨ ਵੀ ਕਿਰਪਾਨ ਬੈਨ ਹੋਣੀ ਚਾਹੀਦੀ ਆ। ਸੋ ਕਿਤੇ ਨਾ ਕਿਤੇ ਇਹ ਵਿੱਚ ਸ਼ਰਾਰਤੀ ਅਨਸਰਾਂ ਦਾ ਹੱਥ ਜ਼ਰੂਰ ਹੈ ਵੀ ਸਿੱਖਾਂ ਨੂੰ ਨੀਵੇਂ ਦਿਖਾਉਣ ਲਈ। ਜੀ, ਤੇ ਤੁਹਾਡੇ ਵੱਲੋਂ ਫਿਰ ਇਸ ਦੇ ਲਈ ਸਰਕਾਰ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਜੀ? ਹਾਂਜੀ, ਦੇਖੋ ਸਰਕਾਰ ਦੇ ਵੱਖਰੇ ਮਿਨਿਸਟਰਾਂ ਨਾਲ ਸਾਡੇ ਸਮੇਂ-ਸਮੇਂ ਤੇ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਹਨ, ਚੈਰਿਟੀ ਕਰਕੇ ਵੀ ਤੇ ਵੈਸੇ ਵੀ ਸਾਨੂੰ ਉਹ ਸੱਦਦੇ ਨੇ ਸਨਮਾਨਿਤ ਕਰਨ ਲਈ ਕਈ ਵਾਰ। ਇਹਦੇ ਵਿੱਚ ਇੱਕ ਹੋਰ ਮੈਂ ਬੈਕਗਰਾਉਂਡ ਦੇਣਾ ਚਾਹਾਂਗਾ। ਜਦੋਂ ਫਾਰਮਰ ਪ੍ਰੋਟੈਸਟ ਚੱਲਦੀਆਂ ਸਨ, ਉਸ ਵੇਲੇ ਸਾਡੇ ਵੱਧ ਇੰਡੀਆ ਬਸੋਵਾਲਾ ਏਰੀਆ ਹੈਗਾ ਪੈਰਾਮੈਟਾ, ਉੱਥੇ ਕਾਫੀ ਪ੍ਰੋ ਗਵਰਨਮੈਂਟ ਸਪੋਰਟਰ ਮੋਦੀ ਭਗਤਾਂ ਨੇ ਸਿੱਖਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕਰੀ। ਇੱਕ ਥਾਂ ਤੇ ਤਿਰੰਗਾ ਨਹੀਂ, ਖੰਡਾ ਸਾਹਿਬ ਵੀ ਜਾਲਿਆ ਗਿਆ, ਨਿਸ਼ਾਨ ਸਾਹਿਬ ਜਿਹਦੇ ਉੱਤੇ ਖੰਡਾ ਬਣਾਇਆ ਤੇ ਥੱਲੇ ਖਾਲਿਸਤਾਨ ਲਿਖਿਆ ਹੋਇਆ ਸੀਗਾ, ਉਹ ਵੀ ਜਾਲਿਆ ਗਿਆ ਤੇ ਪੈਰਾਂ ਥੱਲੇ ਰੋਲਿਆ ਗਿਆ। ਸੋ ਕੁਛ ਇਹ ਆਨਸਰ ਐਸੇ ਹਨ ਜਿਹੜੇ ਕਿ ਸਿੱਖ ਕਮਿਊਨਿਟੀ ਨੂੰ ਟਾਰਗੇਟ ਕਰਦੇ ਹਨ, ਕਿਉਂਕਿ ਸਾਡੀ ਜਿਹੜੀ ਫੂਡ ਵੈਨ ਵੀ ਹੈ ਉਹਦੇ ਉੱਤੇ ਵੀ ਸਿੱਖ ਜੁਆਇੰਟ ਪ੍ਰੋਜੈਕਟ ਆਫ ਸਿੱਖ ਕਮਿਊਨਿਟੀ ਲਿਖਿਆ ਹੋਇਆ। ਸੋ ਅਸੀਂ ਮਾਣ ਹੈ ਸਾਨੂੰ ਸਿੱਖੀ ਹੋਣ ਤੇ ਸਾਰੀ ਸਿੱਖੀ ਕਰਕੇ ਹੀ ਇਹ ਜਿਹੜਾ ਫਲਸਫਾ ਚੱਲਿਆ ਜਾਂਦਾ। ਤੇ ਮੈਂ ਆਲਵੇਜ਼ ਕਹਿੰਦਾ ਹੁੰਦਾ ਵੀ ਜਿਹੜੇ ਅਸੀਂ ਲੰਗਰ ਲਾਉਂਦੇ ਹਾਂ, ਜਿਹੜੀ ਅਸੀਂ ਸੇਵਾ ਕਰਦੇ ਹਾਂ, ਇਹ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ, ਇੱਕ ਬੰਦੇ ਦੀ ਸੋਚ ਨਹੀਂ। ਸੋ ਉਸ ਨਿਸ਼ਚੇ ਨਾਲ ਚੱਲੇ ਹੋਏ ਤੇ ਕਿਤੇ ਨਾ ਕਿਤੇ ਸਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।
ਤੇ ਅਸੀਂ ਇਸ ਕਰਕੇ ਡਟੇ ਹੋਏ ਹਾਂ, ਪਰ ਜਿੰਨੀ ਸਾਡੇ 'ਚ ਉਮੀਦ ਹੈ ਸਾਡੇ ਵਿੱਚ ਹੱਥ ਵੱਸ ਹੈਗੀ ਪਾਵਰ, ਅਸੀਂ ਇਸ ਨੂੰ ਪੂਰੇ ਜ਼ੋਰ ਸ਼ੋਰ ਲੜਾਂਗੇ। ਡਿਪਾਰਟਮੈਂਟ ਆਫ ਐਜੂਕੇਸ਼ਨ ਤੇ ਜਿਹੜੀ ਐਜੂਕੇਸ਼ਨ ਮਿਨਿਸਟਰ ਆ, ਉਸ ਨਾਲ ਵੀ ਅਸੀਂ ਹੁਣ ਮੀਟਿੰਗ ਮੰਗੀ ਹੈ ਦੁਬਾਰਾ, ਤੇ ਉਹਦੇ ਨਾਲ ਗੱਲ ਕਰਾਂਗੇ। ਸਿਰਫ ਗੱਲ ਇਹ ਹੈ ਵੀ ਇੱਥੇ ਕਮਿਊਨਿਟੀ ਨਵੀਂ ਹੋਣ ਕਰਕੇ ਅਸੀਂ ਇਕਨੋਮਿਕਲੀ, ਫਾਈਨੈਂਸ਼ੀਅਲੀ ਬਹੁਤ ਹੀ ਵੀਕ ਹਾਂ। ਹੁਣ ਜਿਸ ਤਰ੍ਹਾਂ ਤੁਸੀਂ ਅੱਜ ਪਿਛਲੇ 2 ਹਫ਼ਤੇ ਲਾ ਲਓ, ਜਿਹੜੇ ਇੰਡੀਆ 'ਚ ਬੰਦੇ ਫਸੇ ਆ, ਉਹਨਾਂ ਕਰਕੇ ਜਾਂ ਹੁਣ ਕਰਕੇ ਤਕਰੀਬਨ ਮੈਂ ਲਾ ਲਓ ਹਫ਼ਤੇ ਤੋਂ ਕੰਮ ਤੇ ਹੀ ਨਹੀਂ ਗਿਆ। ਮੇਰਾ ਆਪਣਾ ਟਰੱਕਾਂ ਦਾ ਕੰਮ ਹੈ, ਸੋ ਉਹ ਤੁਹਾਨੂੰ ਪਰਸਨਲ ਸੈਕਰੀਫਾਈਸ ਕਰਨਾ ਪੈਂਦਾ ਆ। ਬੱਚੇ ਸਕੂਲ ਤੋਂ ਚੱਕਣੇ ਹੁੰਦੇ ਆ ਕਈ ਵਾਰ, ਜਾਂ ਹੋਰ ਬੱਚਿਆਂ ਦਾ ਕੋਈ ਰੁਝੇਵਾਂ ਹੁੰਦਾ ਸਪੋਰਟਸ ਦਾ, ਉਹ ਕੈਂਸਲ ਕਰਨਾ ਪੈਂਦਾ, ਜਾਂ ਵਾਈਫ ਨੂੰ ਜਾਣਾ ਪੈਂਦਾ ਆ। ਸੋ ਪਰਸਨਲ ਲੋਸ ਜਿਹੜਾ ਅਸੀਂ ਸਫਰ ਕਰਕੇ ਆਪਣੇ ਵੱਲੋਂ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਜਿਹੜੀ ਸਾਨੂੰ ਪਤਾ ਦਸਤਾਰ ਦੀ ਤੇ ਸਾਡੀ ਕਿਰਪਾਨ ਦੀ, ਸਾਡੇ ਕਕਾਰਾਂ ਦੀ ਕੀ ਮਹੱਤਵਤਾ ਹੈ, ਤੇ ਅਸੀਂ ਇਹਦੇ ਲਈ ਜ਼ਰੂਰ ਨਾ ਜੀ ਆਪਣੇ ਜੰਗ ਲੜਾਂਗੇ। ਜੀ ਕੁਐਸਚਨ ਇਹ ਆਉਂਦਾ ਵੀ ਜੇ ਜਿਵੇਂ ਆਪਾਂ ਨੂੰ ਪਤਾ ਸਾਰਿਆਂ ਨੂੰ ਵੀ ਸਿੱਖ ਦੇ ਵਾਸਤੇ 5 ਕਕਾਰ ਬੇਹੱਦ ਜ਼ਰੂਰੀ ਨੇ, ਗੁਰੂ ਸਾਹਿਬ ਦਾ ਇਹ ਹੁਕਮ ਹੈ। ਜੇ ਸਰਕਾਰ ਤੁਹਾਡੀ ਇਸ ਦੇ ਲਈ ਨਹੀਂ ਮੰਨਦੀ, ਫਿਰ ਤੁਹਾਡੇ ਲਈ ਇੱਕ ਰਾਹ ਹੋ ਸਕਦਾ, ਜਾਂ ਤਾਂ ਆਸਟ੍ਰੇਲੀਆ ਰੱਖੋ ਜਾਂ ਫਿਰ ਅਸੀਂ ਸਿੱਖੀ ਰੱਖੀਏ। ਕਿਹੜੇ ਰਾਹ ਵੱਲ ਜਾਇਆ ਜਾਊਗਾ? ਨਹੀਂ, ਆਸਟ੍ਰੇਲੀਆ ਰੱਖਣ ਜਾਂ ਸਿੱਖੀ ਰੱਖਣ ਦਾ ਕੋਈ ਸਵਾਲ ਹੀ ਨਹੀਂ ਪੈਂਦਾ ਜੀ। ਅਸੀਂ ਉਨੀ ਦੂਰ ਗੱਲ ਜਾਣ ਹੀ ਨਹੀਂ ਦੇਣੀ। ਹੁਣ ਸਾਡੇ ਕੀ ਆ, ਅਸੀਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਹਨ, ਜਿਵੇਂ ਅਸੀਂ ਚੈਰਿਟੀ ਆਪਣੇ ਆਪ ਨੂੰ ਕਹਿੰਦੇ ਹਾਂ, ਪਰ ਹੈਗੇ ਅਸੀਂ ਸਿੱਖਾਂ ਦੀ ਚੈਰਿਟੀ ਆ। ਜਿਹੜੀਆਂ ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀ ਆ, ਅਖੰਡ ਕੀਰਤਨੀ ਜਥਾ, ਉਹਨਾਂ ਨੂੰ ਅੰਮ੍ਰਿਤਧਾਰੀ ਜਥੇਬੰਦੀ, ਜਿਵੇਂ ਆਪਾਂ ਉਹਨਾਂ ਨੂੰ ਕਹਿ ਲਈਏ, ਉਹਨਾਂ ਨੂੰ ਅਸੀਂ ਕਹਿ ਰਹੇ ਹਾਂ ਵੀ ਆਪਾਂ ਬੈਠ ਕੇ ਇੱਕ ਗੁਰਮਤਾ ਕਰੀਏ ਵੀ ਅਸੀਂ ਬੱਚਿਆਂ ਨੂੰ ਕਿਸ ਤਰ੍ਹਾਂ ਇਹ ਚੀਜ਼ ਨੂੰ ਟੈਕਲ ਕਰਨਾ ਹੈ, ਬਿਕੋਜ਼ ਕਿਤੇ ਨਾ ਕਿਤੇ ਮਿਡਲ ਗਰਾਊਂਡ ਫਾਈਂਡ ਕਰਨਾ ਪਏਗਾ। ਸਰਕਾਰ ਨੇ ਇਹ ਨਹੀਂ ਕਿਹਾ ਵੀ ਅਸੀਂ ਬਿਲਕੁਲ ਵੀ ਤੁਹਾਡੀ ਗੱਲ ਨਹੀਂ ਸੁਣਨੀ, ਤੇ ਕਿਤੇ ਨਾ ਕਿਤੇ ਸਾਡੀ ਵੀ ਕੌਮ ਦੀ ਥੋੜੀ ਗਲਤੀ ਹੈ ਵੀ ਅਸੀਂ ਇਸ ਤੋਂ ਪਹਿਲਾਂ ਨਹੀਂ ਬੈਠੇ। ਲਾਸਟ ਵੀਕ ਵੀ ਸਾਡੀ ਡਾਇਰੈਕਟਰ ਆਫ ਐਜੂਕੇਸ਼ਨ ਨਾਲ ਮੀਟਿੰਗ ਹੋਈ ਸੀ ਆਨਲਾਈਨ, ਜਿਹਦੇ ਵਿੱਚ ਸਾਡੀ ਟੀਮ ਵੱਲੋਂ ਮੈਂ ਤੇ ਜਿਹੜਾ ਗਲੈਨਵੁੱਡ ਗੁਰਦੁਆਰਾ ਉੱਥੋਂ ਉਹਨਾਂ ਦੇ ਚੇਅਰਮੈਨ ਗਏ ਸੀਗੇ, ਤੇ ਅਸੀਂ ਦੋਹਾਂ ਨੇ ਗੱਲ ਕਰੀ। ਉਦੋਂ ਗੱਲ ਚੱਲ ਰਹੀ ਸੀ ਵੀ ਆਪਾਂ ਲੈਟਸ ਵਰਕ ਅਰਾਊਂਡ ਪਾਲਿਸੀ ਅਰਾਊਂਡ ਦਾ ਕਿਰਪਾਨ ਇਨ ਸਕੂਲਸ, ਤੇ ਉਹਦੇ ਲਈ ਅਸੀਂ ਹੈਪੀ ਸੀਗੇ। ਤੇ ਨਾਲ ਹੀ ਅਸੀਂ ਉਹਨਾਂ ਨੂੰ ਇਹ ਵੀ ਐਮਫਸਾਈਜ਼ ਕਰ ਰਹੇ ਵੀ ਜਿਹੜੀ ਬੁਲਿੰਗ ਦੀ ਪਾਲਿਸੀ ਹੈ, ਉਹਨੂੰ ਵੀ ਅਪਡੇਟ ਕਰਨਾ ਚਾਹੀਦਾ। ਜੇ ਕਿਸੇ ਸਿੱਖ ਬੱਚੇ ਦੀ ਦਸਤਾਰ ਨੂੰ ਕੋਈ ਹੱਥ ਪਾਉਂਦਾ ਆ, ਤਾਂ ਇਹ ਸ਼ੁਡ ਬੀ ਕਲਾਸੀਫਾਈਡ ਐਜ਼ ਅਸਾਲਟ, ਨਾਟ ਜਸਟ ਵੀ ਕਿਸੇ ਦੀ ਦਸਤਾਰ ਉਤਾਰਤੀ ਤੇ ਕੋਈ ਚੱਕਰ ਵਾਲੀ ਗੱਲ ਨਹੀਂ। ਇੱਥੇ ਕੇਸ ਵਿੱਚ ਵੀ ਸਿੱਖ ਬੱਚਿਆਂ ਦੀ ਦਸਤਾਰਾਂ ਵੀ ਉਤਾਰੀਆਂ ਗਈਆਂ ਹਨ, ਪਹਿਲਾਂ ਉਹਨਾਂ ਨੂੰ ਫਿਜ਼ੀਕਲੀ ਵੀ ਕੁੱਟਿਆ ਗਿਆ ਹੈ। ਸੋ ਇਹ ਬਹੁਤ ਜਿਹੜਾ ਗੰਭੀਰ ਮਸਲਾ ਸਾਡੇ ਲਈ ਜੀ। ਤੁਸੀਂ ਕੀ ਉਮੀਦ ਰੱਖਦੇ, ਜਿਵੇਂ ਤੁਸੀਂ ਸਰਕਾਰ ਤੱਕ ਕਹਿ ਰਹੇ ਹੋ ਵੀ ਅਸੀਂ ਇਹ ਮਸਲਾ ਉੱਪਰ ਤੱਕ ਲੈ ਕੇ ਜਾਵਾਂਗੇ, ਕਿਸ ਤਰ੍ਹਾਂ ਦੀ ਉਮੀਦ ਲੱਗਦੀ ਹੈ ਤੁਹਾਨੂੰ ਸਰਕਾਰ ਤੋਂ, ਜਾਂ ਫਿਰ ਕਾਨੂੰਨੀ ਰਾਏ ਵੀ ਤੁਹਾਡੇ ਵੱਲੋਂ ਲਈ ਜਾ ਰਹੀ ਹੈ? ਉਹ ਕੁਝ ਕੁ ਸਾਡੀਆਂ ਅੜਚਨਾਂ ਜੀ, ਜਿਸ ਤਰ੍ਹਾਂ ਗੁਰਦੁਆਰਾ ਕਮੇਟੀ ਨਾਲ ਡੀਲ ਕਰਦੇ ਆ, ਉਹਨਾਂ ਦੇ ਆਪਣੇ ਪ੍ਰੋਸੈਸ ਹੁੰਦੇ ਆ, ਉਸ ਕਰਕੇ ਟਾਈਮ ਬਹੁਤ ਜ਼ਿਆਦਾ ਲੱਗ ਰਿਹਾ ਹੈ। ਤੇ ਸਾਡੇ 'ਚ ਇੰਨੀ ਫਾਈਨੈਂਸ਼ੀਅਲ ਸਮਤਾ ਨਹੀਂ, ਜਿਹੜੀ ਸਾਡੀ ਸੰਸਥਾ ਹੈ ਬਹੁਤ ਹੀ ਛੋਟੇ ਲੈਵਲ ਤੇ ਕੰਮ ਕਰਦੀ ਹੈ। ਜਿੰਨੀ ਸਾਨੂੰ ਡੋਨੇਸ਼ਨ ਆਉਂਦੀ ਹੈ ਉਹ ਪ੍ਰੋਜੈਕਟਾਂ 'ਚ ਲੱਗ ਜਾਂਦੀ ਹੈ, ਤੇ ਸਾਡੇ ਕੋਲ ਕੋਈ ਏਡਾ ਬੜਾ ਤਕੜਾ ਬੈਂਕ ਬੈਲੈਂਸ ਨਹੀਂ ਵੀ ਬੈਰਿਸਟਰ ਨੂੰ ਹੁਣ ਫੋਨ ਕਰੀ ਵੀ ਬਾਈ ਆ ਜਾਓ ਬੈਠਣਾ ਤੁਹਾਡੇ ਨਾਲ। ਸੋ ਸਾਨੂੰ ਇਸ ਕਰਕੇ ਸੰਗਤ ਪਰੇ ਦੀ ਅਪੀਲ ਕਰਨੀ ਪੈਂਦੀ ਹੈ ਵੀ ਸਾਨੂੰ ਫੰਡਸ ਦਿਓ, ਸਾਨੂੰ ਡੋਨੇਸ਼ਨ ਦਿਓ, ਤਾਂ ਕਿ ਅਸੀਂ ਸਮਰੱਥਾ 'ਚ ਆ ਕੇ ਕੰਮ ਕਰ ਸਕੀਏ। ਪਰ ਅਸੀਂ ਰਿਗਾਰਡਲੈਸ ਆਫ ਦੈਟ, ਜਿਹੜਾ ਆਸਟ੍ਰੇਲੀਅਨ ਮੀਡੀਆ ਉਹ ਵੀ ਇਸ ਬਾਰੇ ਬਹੁਤ ਚਿੰਤਿਤ ਹੈ। ਲੇਕਿਨ ਅੱਜ ਵੀ ਮੇਰੀ ਜਿਹੜੀ ABC ਹੈ, ਜਿਹੜਾ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਹੈ, ਉਹ ਬਹੁਤ ਵੱਡਾ ਅਦਾਰਾ ਹੈ, ਉਹਨਾਂ ਨਾਲ ਹੁਣੇ ਲਾਈਵ ਇੰਟਰਵਿਊ ਹੋ ਗਿਆ ਨਿਊਜ਼ ਤੇ। ਤੇ ਉਸ ਤੋਂ ਬਾਅਦ ਮੈਨੂੰ ਕਈ ਗੋਰਿਆਂ ਦੇ ਫੋਨ ਵੀ ਆਏ, ਕਿਉਂਕਿ ਪਹਿਲਾਂ ਮੈਨੂੰ ਘੰਟਾ ਕੁ ਪਹਿਲਾਂ ਇੱਕ ਗੋਰੇ ਦਾ ਫੋਨ ਆਇਆ ਸੀ, ਉਹ ਕਹਿੰਦਾ ਯੂ ਬਲੱਡੀ ਗੋ ਬੈਕ ਟੂ ਯੂਰ ਕੰਟਰੀ। ਮੈਂ ਕਿਹਾ ਵੀ ਮਾਈ ਇਟਸ ਨਾਟ ਯੂਰ ਕੰਟਰੀ, ਵੀ ਆਰ ਆਸਟ੍ਰੇਲੀਅਨ। ਮੈਨੂੰ ਇੱਥੇ ਤਕਰੀਬਨ 23 ਸਾਲ ਹੋ ਚੁੱਕੇ ਨੇ ਆਏ ਨੂੰ। ਸੋ ਅਸੀਂ ਆਸਟ੍ਰੇਲੀਅਨ ਗਿਣਦੇ ਹਾਂ ਆਪਣੇ ਆਪ ਨੂੰ, ਤੇ ਅਸੀਂ ਰਹਾਂਗੇ, ਕਿਉਂਕਿ ਸਿੱਖ ਜਿੱਥੇ ਜਾਂਦੇ ਉੱਥੇ ਦੇ ਬਣਦੇ ਹਨ। ਪਰ ਅਸੀਂ ਫਾਈਟ ਲੜਨ ਨੂੰ ਤਿਆਰ ਹਾਂ। ਮੀਡੀਆ ਵੀ ਸਾਡਾ ਸਾਥ ਦੇ ਰਿਹਾ ਹੈ, ਤੇ ਮੀਡੀਆ ਵੀ ਇਹਨੂੰ ਕਹਿ ਰਿਹਾ ਵੀ ਇਹ ਰਿਲੀਜੀਅਸ ਡਿਸਕ੍ਰਿਮੀਨੇਸ਼ਨ ਆ। ਸੋ ਗਵਰਨਮੈਂਟ ਨੂੰ ਕਿਤੇ ਨਾ ਕਿਤੇ ਝੁਕਣਾ ਪੈਣਾ ਆ, ਤੇ ਕਿਤੇ ਨਾ ਕਿਤੇ ਆਈ ਥਿੰਕ ਗਵਰਨਮੈਂਟ ਦੀ ਸਕੀਮ ਵੀ ਲੱਗਦੀ ਹੈ। ਜਿਸ ਤਰ੍ਹਾਂ ਕਿ ਅਸੀਂ ਗੱਲ ਕਰੀਏ, ਸਿੱਖਾਂ ਨੇ ਮਸਲਾ ਚੱਕਿਆ, ਜਿਹੜਾ ਇੰਡੀਆ 'ਚ ਬੰਦੇ ਫਸੇ ਹੋਏ ਨੇ, ਓਵਰਆਲ ਇੰਡੀਅਨ ਬੰਦੇ, ਸਾਰੇ ਧਰਮ ਦੇ, ਸਾਰੇ ਵਰਗਾਂ ਦੇ, ਉਹਦਾ ਅਸੀਂ ਇੱਥੇ ਟਰੈਵਲ ਬੈਨ ਲਾਤਾ ਸੀ ਇਹਨਾਂ ਨੇ 14 ਦਿਨ ਦਾ। ਇੱਥੇ ਦੀ ਸਰਕਾਰ ਬੜੀ ਇਮੈਚੁਰ ਡਿਸੀਜਨ ਕਰਦੀ ਆ। ਇੰਡੀਆ 'ਚ ਕੋਵਿਡ ਫੈਲਿਆ ਤੇ ਇਹਨਾਂ ਨੇ 14 ਦਿਨ ਦਾ ਟਰੈਵਲ ਬੈਨ ਲਾਤਾ, ਜਦੋਂ ਕਿ ਉੱਥੇ 9000 ਇਕੱਲਾ ਆਸਟ੍ਰੇਲੀਅਨ ਸਿਟੀਜ਼ਨ ਫਸਿਆ ਹੋਇਆ ਜੀ। ਤੇ ਉੱਥੋਂ ਇਲਾਵਾ ਟੈਂਪਰਰੀ ਵੀਜ਼ੇ, ਸਟੂਡੈਂਟ ਵੀਜ਼ੇ ਗੱਲ ਕਰੀਏ ਤੇ ਉਹ ਹੋਰ 20-25 ਹਜ਼ਾਰ ਹੋਣੇ ਆ। ਸੋ ਬੜੀ ਇਮੈਚੁਰ ਡਿਸੀਜਨ ਕਰਦੀ ਆ ਵੀ ਇੱਕ ਟਾਈਮ ਤੇ ਵਰਗ ਨੂੰ ਖੁਸ਼ ਕਰਨ ਲਈ ਬਸ ਅਨਾਉਂਸ ਕਰ ਦੋ, ਦੈਟਸ ਇਟ। ਹੁਣ ਵੀ ਕੱਲ ਸਾਡੇ ਇੱਥੇ ਮੀਡੀਆ ਵਿੱਚ ਗੱਲ ਚੱਕੀ ਗਈ ਸੀ ਵੀ ਕਿਰਪਾਨ ਦਾ ਇਸ਼ੂ ਆਇਆ, ਏਦਾਂ ਕਰਕੇ ਰਿਲੀਜੀਅਸ ਨਾਈਫ ਯੂਜ਼ ਹੋਇਆ ਅਟੈਕ ਦੇ ਵਿੱਚ। ਉਸ ਤੋਂ ਬਾਅਦ ਮੀਡੀਆ ਨੇ ਇਹ ਗੱਲ ਚੱਕੀ, ਤੇ ਸ਼ਾਮੀ ਜਿਹੜੀ ਮਿਨਿਸਟਰ ਜੀ ਹੈ ਸੈਰਾ ਕਰਕੇ, ਉਹਨਾਂ ਨੇ ਅਨਾਉਂਸ ਕਰਤਾ ਵੀ ਬੈਨ ਲੱਗ ਗਿਆ ਕਿਰਪਾਨ ਤੇ। ਸੋ ਉਹਦੇ ਵਿੱਚ ਡਿਊ ਪ੍ਰੋਸੈਸ ਕਿੱਥੇ ਆ? ਆਸਟ੍ਰੇਲੀਆ ਵਿੱਚ ਇਸ ਤੋਂ ਇਲਾਵਾ ਕਦੇ ਵੀ ਇੱਕ ਵੀ ਇੰਸੀਡੈਂਟ ਨਹੀਂ ਹੋਇਆ ਜਿੱਥੇ ਕਿਰਪਾਨ ਐਜ਼ ਅ ਵੈਪਨ ਯੂਜ਼ ਹੋਈ ਹੋਵੇ, ਜਾਂ ਕਿਸੇ ਨੇ ਹਾਰਮ ਕਰਿਆ ਹੋਵੇ। ਤੇ ਰੋਜ਼ ਇੱਥੇ ਪੱਬਾਂ 'ਚ ਲੜਾਈਆਂ ਹੁੰਦੀਆਂ, ਰੋਜ਼ ਸ਼ਾਮਾਂ ਨੂੰ ਉੱਥੇ ਹਜ਼ਾਰਾਂ ਬੰਦੇ ਇੰਜਰ ਹੁੰਦੇ ਆ ਥਰੂ ਆਊਟ ਦੀ ਈਅਰ। ਅਸੀਂ ਪੱਬ ਤਾਂ ਬੰਦ ਨਹੀਂ ਕਰਤੇ। ਕੋਵਿਡ ਦੌਰਾਨ ਵੀ ਜਿਨ੍ਹਾਂ ਨੇ
ਪਹਿਲਾਂ ਪੱਬ ਖੋਲ੍ਹੇ, ਧਾਰਮਿਕ ਸਥਾਨਾਂ ਨੂੰ ਲਿਮਿਟੇਸ਼ਨ ਦਿੱਤੀਆਂ, ਤੇ ਉਹਦੇ ਬਾਰੇ ਵੀ ਅਸੀਂ ਹੋਰ ਧਾਰਮਿਕ ਗਰੁੱਪਾਂ ਨਾਲ ਰਲ ਕੇ ਲੌਬੀ ਕਰੀ ਸੀ, ਤੇ ਫਿਰ ਧਾਰਮਿਕ ਸਥਾਨਾਂ ਨੂੰ ਜਿਹੜਾ ਖੋਲ੍ਹਣ ਦਾ ਉਹ ਕਰਿਆ। ਸੋ ਕਿਤੇ ਨਾ ਕਿਤੇ ਗੌਰਮੈਂਟ ਦੇ ਇਮੈਚੁਰ ਡਿਸੀਜ਼ਨ ਨੇ, ਤੇ ਜਿੰਨੇ ਵੀ MP ਸਾਨੂੰ ਜਾਣਦੇ ਹਨ, ਅਸੀਂ ਉਹਨਾਂ ਤੱਕ ਇਹ ਆਵਾਜ਼ ਪਹੁੰਚਾ ਚੁੱਕੇ ਹਾਂ, ਤੇ MPs ਸਾਨੂੰ ਸੋਸ਼ਲ ਮੀਡੀਆ 'ਤੇ ਵੀ ਫੋਲੋ ਕਰਦੇ ਹਨ, ਤੇ ਉਹਨਾਂ ਨੂੰ ਪਤਾ ਵੀ ਸਾਡੇ ਵਿਚਾਰ ਕੀ ਨੇ, ਤੇ ਮੀਡੀਆ ਰਾਹੀਂ, ਨੈਸ਼ਨਲ ਮੀਡੀਆ ਰਾਹੀਂ ਇਨਫੈਕਟ ਅਸੀਂ ਸਾਰੀਆਂ ਗੱਲਾਂ ਕਰ ਚੁੱਕੇ ਹਾਂ। ਤੇ ਜਿਸ ਤਰ੍ਹਾਂ ਵੀ ਇੱਕ ਗੁਰੂ ਮਹਾਰਾਜ ਥਾਪੜਾ ਸਿਰ ਤੇ ਹੁੰਦਾ ਵੀ ਬੇਝਿਜਕ ਨੰਗੇ ਧੜ ਖੜੇ ਹਾਂ ਤੇ ਖੜੇ ਰਹਾਂਗੇ ਜੀ। ਤੇ ਤੁਸੀਂ ਅੱਜ ਦੇ ਇਸ ਇੰਟਰਵਿਊ ਦੇ ਰਾਹੀਂ ਪੂਰੇ ਸੰਸਾਰ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਤੇ ਖਾਸ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀ ਕਹਿਣਾ ਚਾਹੁੰਦੇ ਹੋ? ਅਸੀਂ ਜੀ ਸਿੱਖ ਭਾਈਚਾਰੇ ਤੋਂ ਤੇ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਤੋਂ ਇਹੀ ਉਮੀਦ ਕਰਦੇ ਹਾਂ ਵੀ ਸਾਡੇ ਲਈ ਅਰਦਾਸ ਕਰੋ ਚੜ੍ਹਦੀ ਕਲਾ ਲਈ, ਤੇ ਜਿੱਥੇ ਸਾਨੂੰ ਸਪੋਰਟ ਦੀ ਲੋੜ ਹੈ ਸਾਡੇ ਨਾਲ ਖੜੋ, ਕਿਉਂਕਿ ਆਸਟ੍ਰੇਲੀਆ ਵਿੱਚ ਸਿੱਖਾਂ ਦੀ ਜਿਹੜੀ ਨੁਮਾਇੰਦਗੀ ਆ ਜਾਂ ਜਿਹੜੀ ਉਹਨਾਂ ਦੀ ਫਾਈਨੈਂਸ਼ੀਅਲ ਅਵਸਥਾ ਬਹੁਤ ਇੱਕ ਤਰ੍ਹਾਂ ਨਾਲ ਅਮਰੀਕਾ ਜਾਂ UK ਦੇ ਕੰਪੇਅਰਡ ਬਹੁਤ ਘੱਟ ਆ, ਪਰ ਫਿਰ ਵੀ ਸਿੱਖ ਇੱਥੇ ਬਹੁਤ ਜਜ਼ਬੇ ਵਾਲੇ ਨੇ। ਜਿੰਨੀਆਂ ਸਾਡੀਆਂ ਇੱਥੇ ਗਰੁੱਪ ਚੱਲਦੇ ਨੇ, ਚੈਰਿਟੀਆਂ ਚੱਲਦੀਆਂ ਨੇ, ਉਹ ਬਹੁਤ ਹੀ ਜਜ਼ਬੇ ਨਾਲ ਕੰਮ ਕਰਦੀਆਂ ਨੇ, ਤੇ ਪਿਛਲੇ ਅਸੀਂ 2-3 ਸਾਲਾਂ ਵਿੱਚ ਸਿੱਖਾਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਵੱਡਾ ਆਪਣਾ ਨਾਮ ਕਮਾ ਲਿਆ ਇੱਥੇ, ਤੇ ਕਿਤੇ ਨਾ ਕਿਤੇ ਕਿਰਪਾਨ ਦੇ ਬੈਨ ਨਾਲ ਉਹ ਸਾਡੇ ਨਾਮ ਨੂੰ ਵੀ ਠੇਸ ਪਹੁੰਚ ਰਹੀ ਆ, ਜਿਹੜਾ ਕਿ ਬਹੁਤ ਹੀ ਪਰਸਨਲੀ ਇੱਕ ਝਟਕੇ ਵਾਲੀ ਗੱਲ ਆ। ਪਰ ਅਸੀਂ ਉਮੀਦ ਕਰਦੇ ਹਾਂ ਵੀ ਸਿੱਖ ਸੰਗਤ ਸਾਡਾ ਸਾਥ ਦੇਗੀ। ਸਾਡੇ ਜਿਵੇਂ ਸੋਸ਼ਲ ਮੀਡੀਆ ਦੇ ਟਰਬਨਸ ਫੋਰ ਆਸਟ੍ਰੇਲੀਆ, ਲਿੰਕਡਇਨ ਤੇ ਟਵਿੱਟਰ ਤੇ ਇੰਸਟਾਗ੍ਰਾਮ ਤੇ ਪੇਜਸ ਹਨ, ਤੁਸੀਂ ਉਹਨੂੰ ਉੱਥੇ ਫੋਲੋ ਕਰ ਲਓ, ਤੇ ਸਾਡੀ ਵੈਬਸਾਈਟ ਹੈਗੀ ਆ www.t4a.org.au। ਤੁਸੀਂ ਸਾਨੂੰ ਉੱਥੋਂ ਸੰਪਰਕ ਵੀ ਕਰ ਸਕਦੇ ਹੋ। ਅਸੀਂ ਸੰਗਤ ਨੂੰ ਅਪੀਲ ਕਰਦੇ ਹਾਂ ਵੀ ਸਾਨੂੰ ਸਪੋਰਟ ਕਰੋ, ਸਾਡਾ ਸਹਿਯੋਗ ਦਿਓ, ਤੇ ਸਾਡੇ ਲਈ ਅਰਦਾਸ ਕਰੋ। ਤੇ ਜਿਹੜੀ ਤੁਸੀਂ ਉਹ ਪਟੀਸ਼ਨ ਦਾਖਲ ਕੀਤੀ ਹੈ, ਉਸ ਦਾ ਤੁਹਾਨੂੰ ਲੱਗਦਾ ਵੀ ਕੀ ਫਾਇਦਾ ਹੋ ਸਕਦਾ ਹੈ? ਜੀ ਇੱਥੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਵੀ ਮੋਸਟਲੀ ਫਸਟ ਜਨਰੇਸ਼ਨ ਮਾਈਗ੍ਰੈਂਟਸ ਨੇ, ਸੋ ਹਰ ਇੱਕ ਬੰਦੇ ਨੂੰ ਜੇ ਅਸੀਂ ਹੁਣ ਅੱਜ ਮੀਟਿੰਗ ਵੀ ਕਰਨੀ ਆ, ਕਿਸੇ ਨਾ ਕਿਸੇ ਨੂੰ ਡੇ ਆਫ ਕਰਨਾ ਪੈਣਾ, ਉਹ ਵੀ ਸਾਡੇ ਡਿਲੇਮਾ ਬਹੁਤ ਤਕੜਾ ਹੈ ਇੱਥੇ। ਹੁਣ ਜਿਸ ਤਰ੍ਹਾਂ ਕੱਲ੍ਹ ਵੀ ਅਸੀਂ ਐਮਰਜੈਂਸੀ ਮੀਟਿੰਗ ਸੱਦੀ ਸੀ ਗੁਰਦੁਆਰੇ, ਉੱਥੇ 40-50 ਬੰਦੇ ਪਹੁੰਚੇ ਸੀਗੇ, ਤੇ ਉਹ ਗਲੈਨਮੋਰ ਗੁਰਦੁਆਰੇ ਹੀ ਸੱਦੀ ਸੀ ਇਨਫੈਕਟ, ਉਹ ਏਰੀਆ ਜਿੱਥੇ ਹਜ਼ਾਰਾਂ 'ਚ ਸਿੱਖ ਰਹਿੰਦੇ ਨੇ। ਸੋ ਸਿੱਖਾਂ ਨੂੰ ਵੀ ਆਪਣੇ ਹੱਕਾਂ ਲਈ ਖੜਨਾ ਪੈਣਾ, ਤੇ ਕੁਛ ਸਾਡੇ ਵੀ ਇੱਥੇ ਇਹੋ ਜਿਹੇ ਹੋਏ ਲਾ ਲਓ ਬੇਪਤ ਸਿੱਖ ਹੈਗੇ ਨੇ ਜਿਹੜੇ ਕਹਿੰਦੇ ਵੀ ਅਸੀਂ ਸਪੋਰਟ ਕਰਦੇ ਹਾਂ ਬੈਨ ਨੂੰ, ਜਾਂ ਬੱਚਿਆਂ ਨੂੰ ਕਿਰਪਾਨ ਕਿਉਂ ਲਿਜਾਣ ਦੇਣੀ ਆ। ਅਸੀਂ ਉਹਨਾਂ ਨੂੰ ਇੱਕੋ ਬੇਨਤੀ ਕਰੀ, ਅੱਜ ਮੈਂ ਲਾਈਵ ਵੀ ਕਰਿਆ ਸੀ ਇਨਫੈਕਟ ਆਪਣੀ ਫੇਸਬੁੱਕ ਤੇ, ਵੀ ਤੁਸੀਂ ਧਰਮ ਕਿੰਨਾ ਮੰਨਣਾ ਕਿੰਨਾ ਨਹੀਂ ਮੰਨਣਾ ਤੁਹਾਨੂੰ ਮੁਬਾਰਕ, ਅਸੀਂ ਜਿੰਨਾ ਮੰਨ ਰਹੇ ਹਾਂ, ਜਿੰਨਾ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਸਾਨੂੰ ਮੁਬਾਰਕ, ਤੇ ਪਲੀਜ਼ ਸਾਡੇ ਧਰਮ ਤੇ ਟਿੱਪਣੀ ਨਾ ਕਰੋ। ਤੁਸੀਂ ਜੇ ਨਹੀਂ ਅੰਮ੍ਰਿਤਧਾਰੀ ਹੈਗੇ ਜਾਂ ਨਹੀਂ ਦਸਤਾਰਧਾਰੀ ਹੈਗੇ, ਸਾਨੂੰ ਫਾਈਨ ਆ, ਕੋਈ ਚੱਕਰ ਨਹੀਂ ਜੀ। ਜਿਹਨੂੰ ਸਿੱਖੀ ਮਹਾਰਾਜ ਨੇ ਬਖਸ਼ੀਆਂ ਉਹਨੂੰ ਵੀ ਬਖਸ਼ਣੀਆਂ। ਇਨਫੈਕਟ ਮੈਂ ਵੀ 16 ਸਾਲ ਪਹਿਲਾਂ ਮੋਨਾ ਹੁੰਦਾ ਸੀਗਾ, ਮੈਂ ਬਰਥ ਛੋਟੇ ਹੁੰਦੇ ਤੋਂ ਮੋਨਾ ਸੀਗਾ, ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ, ਸੰਗਤ ਇੱਥੇ ਵਿਚਰੇ, ਤੇ ਪਤਾ ਲੱਗਿਆ ਵੀ ਅਸੀਂ ਜਿੰਨੇ ਮਰਜ਼ੀ ਟੈਟੂ ਕਰਾ ਲਈ, ਜਿੰਨੇ ਮਰਜ਼ੀ ਚਿੱਟੇ ਬਣ ਜਾਈਏ, ਚਿੱਟੇ ਨਹੀਂ ਬਣਨਾ। ਤੇ ਸਾਡੀ ਜਿਹੜੀ ਬੁਨਿਆਦ ਆ, ਸਾਡੀ ਜਿਹੜੀ ਫਾਊਂਡੇਸ਼ਨ ਹੈ ਸਿੱਖੀ ਦੀ, ਸਾਡੀ ਜਿਹੜੀ ਹਿਊਮੈਨਿਟੀ ਦੀ ਸੇਵਾ ਆ, ਉਹ ਐਡੀ ਉੱਚੀ ਸੁੱਚੀ ਆ, ਸਾਨੂੰ ਪ੍ਰਾਊਡ ਹੋਣਾ ਚਾਹੀਦਾ। ਤੇ ਹੁਣ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ, ਮੈਂ ਕਦੇ ਦਾੜਾ ਨਹੀਂ ਬੰਨ੍ਹਦਾ, ਪ੍ਰਕਾਸ਼ ਦਾੜੇ ਨਾਲ ਹੀ, ਦਮਾਲੇ ਨਾਲ ਹੀ, ਪਿਛਲੇ 1.5-2 ਸਾਲਾਂ ਵਿੱਚ ਜਿੰਨਾ ਅਸੀਂ ਮੀਡੀਆ 'ਚ ਕੰਮ ਕਰਿਆ, ਤਕਰੀਬਨ 50 ਤੋਂ 60 ਇੰਟਰਵਿਊ ਮੇਨ ਸਟ੍ਰੀਮ ਚੈਨਲਸ ਤੇ ਕਰ ਚੁੱਕੇ ਹਾਂ, ਤੇ ਮੈਨੂੰ ਕਦੇ ਨਹੀਂ ਫੀਲ ਹੁੰਦਾ ਵੀ ਤੇ ਮੈਨੂੰ ਦਾੜਾ ਮੇਰੀ ਕਦੇ ਬੇਇੱਜ਼ਤੀ ਕਰਾ ਦੂਗਾ ਜਾਂ ਮੇਰੀ ਦਸਤਾਰ ਬੇਇੱਜ਼ਤੀ ਕਰਾ ਦੂਗਾ। ਇਹ ਸਾਡਾ ਸਰੂਪ ਆ, ਸਾਡਾ ਏਦਾਂ ਹੀ ਸਰੂਪ ਰਹਿਣਾ, ਤੇ ਕਦੇ ਵੀ ਇਹ ਤੇ ਕੰਪਰੋਮਾਈਜ਼ ਨਹੀਂ ਹੋਊਗਾ ਜੀ। ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਤੁਸੀਂ ਆਪ ਦੱਸਿਆ ਕਿ ਪਹਿਲੇ ਤੁਸੀਂ ਕੇਸਾਧਾਰੀ ਨਹੀਂ ਸੀ, ਆਸਟ੍ਰੇਲੀਆ ਤੇ ਆ ਕੇ ਤੁਸੀਂ ਦਸਤਾਰ ਰੱਖੀ, ਆਪਣੀ ਸ੍ਰੀ ਸਾਹਿਬ ਤੇ ਪਹਿਨੀ ਨਾਲ ਤੁਸੀਂ ਦਾੜਾ ਪ੍ਰਕਾਸ਼ ਕੀਤਾ ਹੋਇਆ, ਤੇ ਅੱਜ ਤੁਸੀਂ ਇਸ ਸੰਬੰਧ ਵਿੱਚ ਸ੍ਰੀ ਸਾਹਿਬ ਦੀ ਜਿਹੜੀ ਇੱਕ ਕਾਨੂੰਨੀ ਲੜਾਈ ਆ ਉਹ ਵੀ ਲੜਦੇ ਪਏ ਹੋ। ਇਹਦੇ ਲਈ ਅਸੀਂ ਤੁਹਾਨੂੰ ਵਧਾਈ ਦਿੰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਗੁਰੂ ਮਹਾਰਾਜ ਤੁਹਾਨੂੰ ਆਪਣੇ ਮਿਸ਼ਨ ਦੇ ਵਿੱਚ ਕਾਮਯਾਬੀ ਬਖਸ਼ੇ। ਥੈਂਕ ਯੂ ਵੈਰੀ ਮਚ ਜੀ, ਪੰਜਾਬੀ ਲੋਕ ਚੈਨਲ ਨਾਲ ਗੱਲਬਾਤ ਕਰਨ ਲਈ। ਜੀ ਬਸ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।